प्यारी बच्चियों ते भैनों, मैं अज तुहाडे नाल औरतां दे मसलियां ते चर्चा करनी है। औरतां सदियां तो गुलामी दा जीवन हंडा रही हैं। इन्हां ने गुलामी अखीं देखी ते हड्डी हंडाई है। शराबी नशेड़ी मर्दां दियां गालां भी खाधियां ते कुट्टां भी खाधियां ते फिर भी सी नहीं कीती। पहलां प्यो दी गुलामी ते विआह तो बाद पति दी गुलामी। कपड़ा किहो जिहा पहनना, कित्थे जाना, किस नाल बोलना, पहलां पिता निर्देश दिंदा सी ते विआह तो बाद पति दे निर्देशां मुताबक चलना पैंदा है। मुंडा जम्मण ते घर विच खुशियां ते कुड़ी जम्मण ते सोग जिहा सनाटा जिहा छा जांदा है। कुड़ियां नाल जम्मण तो पहलां ही कुੱਖਾਂ ਵਿੱਚ ही मार दित्तियां ਜਾਂਦੀਆਂ ਹਨ। हिंदू धर्म ग्रंथां ਵਿੱਚ औरत ਨੂੰ हमेशा भोग विलास ਦੀ ही वस्तु समझिया ਜਾਂਦਾ ਰਿਹਾ है। औरत ਨੂੰ ਤਾਂ ਜਿਉਣ ਦਾ हक भी नहीं सी। पति ਦੀ मौत होण ਤੋਂ ਬਾਅਦ औरतां ਨੂੰ पति ਦੀ ਚਿਖਾ ਵਿੱਚ ही ਜ਼ਬਰਦਸਤੀ ਚਿਣ ਦਿੱਤਾ ਜਾਂਦਾ ਸੀ। ਜ਼ਬਰਦਸਤ ਅੰਦੋਲਨਾਂ ਦੇ ਨਾਲ ਹੀ ਸਤੀ ਪ੍ਰਥਾ ਦਾ ਅੰਤ ਹੋਇਆ ਤੇ ਇਸ ਦੇ ਖਿਲਾਫ ਕਾਨੂੰਨ ਬਣੇ। ਦੇਸ਼ ਵਿੱਚ ਅੱਜ ਮਨੂਵਾਦੀ BJP ਦਾ ਰਾਜ ਹੈ। ਇਸ ਰਾਜ ਦੇ ਵਿੱਚ ਔਰਤਾਂ ਦੇ ਬਾਰੇ ਮੰਤਰੀਆਂ ਦੀਆਂ ਟਿੱਪਣੀਆਂ ਬਹੁਤ ਹੀ ਘਟੀਆ ਆਉਂਦੀਆਂ ਹਨ ਤੇ ਔਰਤਾਂ ਨਾਲ ਹਰ ਰੋਜ਼ ਬਲਾਤਕਾਰ ਦੀਆਂ ਘਟਨਾਵਾਂ ਨਾਲ ਅਖਬਾਰਾਂ ਭਰੀਆਂ ਪਈਆਂ ਹਨ ਤੇ ਬਲਾਤਕਾਰ ਕਰਨ ਵਾਲੇ ਜ਼ਿਆਦਾਤਰ BJP ਦੇ ਮੰਤਰੀ ਹੀ ਨਿਕਲਦੇ ਹਨ। BJP ਦੀ ਸਰਕਾਰ ਅੱਜ ਬਲਾਤਕਾਰੀਆਂ ਦੀ ਸਰਕਾਰ ਵਾਂਗ ਗਿਣੀ ਜਾਂਦੀ ਹੈ ਤੇ ਬੇਟੀ ਬਚਾਓ ਦੇ ਨਾਅਰੇ ਆਮ ਲੋਕਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲਦੇ ਹਨ। ਬੇਟੀ ਬਚਾਓ BJP ਦੇ ਮੰਤਰੀਆਂ ਤੋਂ। ਅੱਜ ਸਮਾਂ ਭੈਣੋਂ ਬਦਲ ਰਿਹਾ ਹੈ। ਹੁਣ ਔਰਤਾਂ ਜਾਗ ਰਹੀਆਂ ਹਨ। ਪੜ੍ਹਾਈ ਲਿਖਾਈ ਵਿੱਚ ਲੜਕੀਆਂ ਅੱਗੇ ਨਿਕਲ ਗਈਆਂ ਹਨ ਤੇ ਲੜਕੇ ਫਾਡੀ ਰਹਿ ਗਏ ਹਨ। ਮੈਰਿਟ ਵਿੱਚ ਲੜਕੀਆਂ ਦਿਸਦੀਆਂ ਹਨ, ਲੜਕੇ ਬਿਰਲੇ ਟਾਵੇਂ ਹੀ ਦਿਖਾਈ ਦਿੰਦੇ ਹਨ। ਸਾਰੇ ਖੇਤਰਾਂ ਵਿੱਚ ਲੜਕੀਆਂ ਅੱਗੇ ਲੰਘ ਰਹੀਆਂ ਹਨ। ਪੁਲਾੜ ਵਿੱਚ ਵੀ ਲੜਕੀਆਂ ਪਹੁੰਚ ਚੁੱਕੀਆਂ। IAS PCS ਤੇ ਸਰਕਾਰੀ ਨੌਕਰੀਆਂ ਵਿੱਚ ਕਿਸੇ ਤੋਂ ਵੀ ਲੜਕੀਆਂ ਪਿੱਛੇ ਨਹੀਂ ਹਨ। ਘਰ ਦੀ ਜ਼ਿੰਮੇਵਾਰੀ ਦਾ ਫਿਕਰ ਸਭ ਤੋਂ ਵੱਧ ਔਰਤ ਨੂੰ ਹੀ ਹੈ। ਘਰ ਦੀਆਂ ਲੋੜਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈ, ਇਹ ਬੇਉਂਤਬੰਦੀ ਔਰਤ ਦਾ ਹੀ ਕ੍ਰਿਸ਼ਮਾ ਹੈ। ਆਮ ਮਿਹਨਤਕਸ਼ ਪਰਿਵਾਰਾਂ ਦੀ ਆਮਦਨ ਘੱਟ ਹੈ ਤੇ ਖਰਚਾ ਬਹੁਤ ਵੱਧ ਹੈ, ਪਰ ਘਰ ਦੀਆਂ ਲੋੜਾਂ 21,000 ਤੋਂ ਘੱਟ ਪੂਰੀਆਂ ਨਹੀਂ ਹੁੰਦੀਆਂ ਤੇ ਮਜ਼ਦੂਰ ਨੂੰ ਮਿਲਦੇ ਸਿਰਫ 400 ਜਾਂ 450 ਰੁਪਏ ਦਿਹਾੜੀ ਹੈ ਤੇ ਉਹ ਵੀ 15-20 ਦਿਨ ਦਿਹਾੜੀ ਮਿਲਦੀ ਹੈ। ਬਾਕੀ ਦਿਨ ਬੇਕਾਰ ਹੀ ਲੰਘ ਜਾਂਦੇ ਹਨ। ਅੱਜ ਔਰਤਾਂ ਲੁੱਟ ਖਸੁੱਟ ਵਾਲੇ ਪੂੰਜੀਵਾਦੀ ਪ੍ਰਬੰਧ ਦੇ ਖਿਲਾਫ ਵੀ ਸੰਘਰਸ਼ਾਂ ਵਿੱਚ ਸਭ ਤੋਂ ਅੱਗੇ ਹਨ। ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਘਰੇਲੂ ਕੰਮਕਾਜੀ ਔਰਤਾਂ, ਨਰੇਗਾ ਵਰਕਰਾਂ, ਅਸਾਰੀ ਵਰਕਰ, ਮੁਲਾਜ਼ਮ ਵਰਕਰਾਂ ਦੀਆਂ ਯੂਨੀਅਨਾਂ ਵਿੱਚ ਸਭ ਤੋਂ ਵੱਧ ਔਰਤਾਂ ਸਰਗਰਮ ਹਨ। ਹਰ ਰੋਜ਼ ਨਿੱਤ ਵਰਤੋਂ ਦੀਆਂ ਚੀਜ਼ਾਂ ਔਰਤਾਂ ਹੀ ਖਰੀਦੀਆਂ ਹਨ। दाल, तेल, घ्यो, सब्जी, प्याज, टमाटर, लसन, खंड, दुध, चाह पत्ती, लूण, मसाले की घर विच नित लोड़ है। नित वरतों की हर चीज़ नूं अग लगी हुई है। हर चीज़ की कीमत आसमाने चढ़ी हुई है। हुण टमाटर 80 रुपए किलो बिक रहा है, कदे प्याज 70-80 रुपए किलो विकन लग जाता है तो दाल 100 रुपए तो उपर विकती है। सब्जियां हथ नहीं लाउण दिंदियां। महंगाई की हुंदी है, इस बारे सब तो वध घर की औरत ही जानती है। मेहनत मजदूरी करके डंग दी डंग गुजारा करने वाले परिवारों दीयां जेबां विचों पैसा नित वरतों दीयां रोज़मर्रा दीयां चीज़ां ते ही खर्च हो जाता है। जब बिजली का बिल आता है तो कंपनी छिड़दी है। घर में कोई बीमार हो जाए दवाई का फिक्र लग जाता है। स्कूल दीयां फीसां कित्थों होणगीयां, ये हर वेले फिक्र लगा रहिंदा है। घर बैठी जवान धी दे हथ रंगण लई पैसे कित्थों आउणगे। फिकरां विच रात नूं नींद नहीं आउंदी। तारे गिण गिण के रातां लंघ जांदियां हन। सरकार जखीरेबाजां ਵਪਾਰੀਆਂ ਨਾਲ ਮਿਲੀ ਹੋਈ ਹੈ।
ਚੋਣਾਂ ਵਿੱਚ ਬੀਜੇਪੀ ਤੇ ਅਕਾਲੀ ਇਹਨਾਂ ਵੱਡੇ ਵਪਾਰੀਆਂ ਨੂੰ ਕਰੋੜਾਂ ਰੁਪਏ ਇਲੈਕਸ਼ਨ ਲੜਨ ਲਈ ਫੰਡ ਦਿੰਦੇ ਹਨ ਔਰ ਇਹਨਾਂ ਫੰਡਾਂ ਨਾਲ ਹੀ ਚੋਣਾਂ ਵਿੱਚ ਲਾਭ ਲਾਲਚ ਦੇ ਕੇ ਮੁਫਤ ਨਸ਼ੇ ਵੰਡ ਕੇ ਤੇ ਗਰੀਬਾਂ ਦੀਆਂ ਵੋਟਾਂ ਨੂੰ ਹਥਿਆ ਲਿਆ ਜਾਂਦਾ ਹੈ। ਜੇ ਸਰਕਾਰ ਨੂੰ ਗਰੀਬਾਂ ਨਾਲ ਥੋੜ੍ਹੀ ਬਹੁਤੀ ਵੀ ਹਮਦਰਦੀ ਹੋਵੇ ਤਾਂ ਹਰ ਪਿੰਡ ਮੁਹੱਲੇ ਵਿੱਚ ਸਰਕਾਰੀ ਦੁਕਾਨ ਖੋਲ੍ਹ ਕੇ ਬਿਨਾਂ ਲਾਭ ਹਾਨੀ ਚੀਜ਼ਾਂ ਸਸਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ 'ਤੇ ਸਰਕਾਰ ਦਾ ਕੋਈ ਬਹੁਤਾ ਪੈਸਾ ਵੀ ਖਰਚ ਨਹੀਂ ਆਵੇਗਾ। ਮਿਸਾਲ ਵਜੋਂ ਪਿਆਜ਼ ਨਾਸਿਕ ਵਿੱਚ ਪੈਦਾ ਹੁੰਦਾ ਹੈ, ਉੱਥੇ 2-3 ਰੁਪਏ ਕਿਲੋ ਮਿਲਦਾ ਹੈ। ਸਰਕਾਰ ਖੁਦ ਪਿਆਜ਼ ਖਰੀਦ ਕੇ ਖਰਚਾ ਪਾ ਕੇ ਵੱਧ ਤੋਂ ਵੱਧ 5 ਰੁਪਏ ਕਿਲੋ ਵੇਚ ਦੇਵੇ ਤਾਂ ਸਰਕਾਰ ਦੇ ਆਪਣੇ ਪੱਲਿਓਂ ਕੁਝ ਵੀ ਨਹੀਂ ਲੱਗੇਗਾ। ਲੋਕਾਂ ਦੀ ਜ਼ਖੀਰੇਬਾਜ਼ਾਂ ਤੋਂ ਲੁੱਟ ਹਟ ਜਾਵੇਗੀ ਤੇ ਗਰੀਬਾਂ ਨੂੰ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ। ਪਰ ਬੇਈਮਾਨ ਬੇਰਹਿਮ ਕਠੋਰ ਦਿਲ ਸਰਕਾਰ ਇਹ ਨਹੀਂ ਕਰਦੀ। ਵੋਟਾਂ ਗਰੀਬਾਂ ਦੀਆਂ ਵੱਧ ਹਨ। ਵੋਟਾਂ ਵੇਲੇ ਝੂਠੇ ਲਾਰੇ ਲਾ ਕੇ ਹਰ ਵਾਰ ਜਨਤਾ ਦੀਆਂ ਵੋਟਾਂ ਨੂੰ ਠੱਗ ਲਿਆ ਜਾਂਦਾ ਹੈ। ਕੋਈ ਪਾਰਟੀ ਜਿੱਤ ਜਾਵੇ ਗਰੀਬਾਂ ਦਾ ਹੀ ਖੂਨ ਪੀਂਦੀ ਹੈ। ਸਾਰੇ ਚੋਣਾਂ ਵਿੱਚ ਕੀਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ। ਵੋਟਾਂ ਪਾ ਕੇ ਅਸੀਂ 5 ਸਾਲ ਪਛਤਾਉਂਦੇ ਹੀ ਰਹਿੰਦੇ ਹਾਂ ਤੇ ਹਾਕਮਾਂ ਨੇ ਵਾਰੀਆਂ ਵਧੀਆਂ ਹੋਈਆਂ ਹਨ, ਨੇਤਾ ਬਦਲ ਜਾਂਦੇ ਹਨ। ਮਨਮੋਹਨ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਮੋਦੀ, ਅਟਲ ਬਿਹਾਰੀ ਵਾਜਪਾਈ, ਨੇਤਾ ਬਦਲ ਜਾਂਦੇ ਹਨ ਪਰ ਨੀਤੀਆਂ ਉਹੀ ਰਹਿੰਦੀਆਂ ਹਨ। ਨੀਤੀਆਂ ਵਿੱਚ ਕੋਈ ਫਰਕ ਨਹੀਂ ਆਉਂਦਾ। ਨੀਤੀਆਂ ਵੱਡੇ ਵੱਡੇ ਯਾਰੇਦਾਰ ਘਰਾਣਿਆਂ ਨੂੰ ਮੁਨਾਫੇ ਦੇਣ ਦੀਆਂ ਬਣਦੀਆਂ ਹਨ ਤੇ ਗਰੀਬਾਂ ਤੇ ਹੋਰ ਭਾਰ ਪਾਉਣ ਦੀਆਂ ਹੀ ਨੀਤੀਆਂ 'ਤੇ ਚੱਲਿਆ ਜਾਂਦਾ ਹੈ। ਇੱਕ ਪਾਸੇ ਗਰੀਬ ਹਨ ਜੋ ਸਰਕਾਰ ਦੀਆਂ ਵੱਡੇ ਘਰਾਣਿਆਂ ਨੂੰ ਮੁਨਾਫੇ ਦੇਣ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਹੋਰ ਗਰੀਬ ਤੋਂ ਗਰੀਬ ਹੋਈ ਜਾ ਰਹੇ ਹਨ। ਸਾਰੇ ਕੰਮਕਾਰ ਗਰੀਬ ਮਜ਼ਦੂਰ ਤੇ ਕਿਸਾਨ ਕਰਦੇ ਹਨ ਪਰ ਗਰੀਬਾਂ ਦੀ ਮਿਹਨਤ ਦੀ ਲੁੱਟ ਕੇ ਮੁੱਠੀ ਭਰ ਖਾਸ ਲੋਕ ਅਜਾਰੇਦਾਰ ਘਰਾਣਿਆਂ ਪਾਸ ਦੌਲਤ ਸਾਰੀ ਜਮ੍ਹਾਂ ਹੋ ਰਹੀ ਹੈ। GDP ਦਾ 73% ਧਨ ਸਿਰਫ 1% ਵੱਡੇ ਘਰਾਣਿਆਂ ਪਾਸ ਜਾ ਰਿਹਾ ਹੈ ਤੇ ਬਾਕੀ 99% ਜਨਤਾ ਪਾਸ ਹਿੱਸੇ ਸਿਰਫ 27% ਧਨ ਆਉਂਦਾ ਹੈ। ਅਮੀਰ ਗਰੀਬ ਵਿੱਚ ਪਾੜਾ ਸਾਡੇ ਦੇਸ਼ ਵਿੱਚ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਗਰੀਬ ਦੇ ਘਰ ਹੋਰ ਤੇ ਅਮੀਰਾਂ ਦੇ ਹੋਰ ਹਨ। ਗਰੀਬ 2-2, 2.5 ਮਰਲੇ ਦੇ ਕੱਚੇ ਪੱਕੇ ਮਕਾਨਾਂ ਵਿੱਚ ਜਾਨਵਰਾਂ ਦੀ ਤਰ੍ਹਾਂ ਰਹਿ ਰਹੇ ਹਨ। ਬਹੁਤੇ ਪਰਿਵਾਰਾਂ ਕੋਲ ਤਾਂ ਆਪਣਾ ਮਕਾਨ ਵੀ ਨਹੀਂ ਹੈ। ਝੁੱਗੀਆਂ ਝੌਂਪੜੀਆਂ ਤੇ ਫੁੱਟਪਾਥਾਂ ਤੇ ਰਾਤਾਂ ਬਸਰ ਕਰਦੇ ਹਨ। ਲੱਖਾਂ ਪਰਿਵਾਰਾਂ ਕੋਲ ਤਾਂ ਆਪਣੇ ਬਾਥਰੂਮ ਤੇ ਟਾਇਲਟ ਵੀ ਨਹੀਂ ਹੈ। ਕਈ ਲੱਖਾਂ ਲੋਕਾਂ ਕੋਲ ਸਿਰਫ ਇੱਕ ਕਮਰਾ ਹੈ ਜਿਸ ਵਿੱਚ ਮਾਤਾ ਪਿਤਾ ਵੀ, ਨੂੰਹ ਪੁੱਤ ਤੇ ਜਵਾਨ ਧੀ ਵੀ ਉਸੇ ਕਮਰੇ ਵਿੱਚ ਪਏ ਹੁੰਦੇ ਹਨ। ਗਰੀਬਾਂ ਦੇ ਮੁਹੱਲਿਆਂ ਵਿੱਚ ਟੁੱਟੀਆਂ ਸੜਕਾਂ ਵਿੱਚ ਗੰਦਾ ਪਾਣੀ ਭਰਿਆ ਰਹਿੰਦਾ ਹੈ। ਬਿਮਾਰੀ ਫੈਲਾ ਰਿਹਾ ਹੈ। ਗੰਦੇ ਪਾਣੀ ਦਾ ਠੀਕ ਨਿਕਾਸ ਨਹੀਂ। ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਤੇ ਵੱਡੇ ਵੱਡੇ ਲੋਕ ਕਬਜ਼ਾ ਕਰ ਰਹੇ ਹਨ। ਪੰਚਾਇਤੀ ਜ਼ਮੀਨਾਂ ਵਿੱਚੋਂ ਹਰ ਬੇਘਰ ਨੂੰ 10 ਮਰਲੇ ਪਲਾਟ ਦੇਣ ਤੇ ਸਰਕਾਰ ਦਾ ਕੋਈ ਖਰਚ ਨਹੀਂ ਆਉਂਦਾ ਤੇ ਮਕਾਨ ਬਣਾ ਕੇ ਸਰਕਾਰ ਦੇਵੇ ਤੇ ਲੋਕਾਂ ਦੇ ਟੈਕਸਾਂ ਵਿੱਚੋਂ ਹੀ ਦੇਣਾ ਹੈ ਪਰ ਇਹ ਵੀ ਸਰਕਾਰ ਕਰਨ ਨੂੰ ਤਿਆਰ ਨਹੀਂ। ਅਮੀਰਾਂ ਦੀਆਂ ਵੱਡੀਆਂ ਵੱਡੀਆਂ ਸ਼ਾਨਦਾਰ ਕੋਠੀਆਂ ਹਨ। ਅਮੀਰਾਂ ਦੇ ਟਾਊਨ ਵੱਖਰੇ ਹਨ ਜਿਨ੍ਹਾਂ ਦੀਆਂ ਖੁੱਲ੍ਹੀਆਂ ਸ਼ਾਨਦਾਰ ਸੜਕਾਂ ਹਨ। ਸੜਕਾਂ 'ਤੇ ਦਰੱਖਤ ਹਨ, ਗੰਦਗੀ ਦਿਖਾਈ ਨਹੀਂ ਦਿੰਦੀ। ਗਰੀਬਾਂ ਦੇ ਸਕੂਲ ਵੀ ਵੱਖਰੇ ਹਨ ਤੇ ਅਮੀਰਾਂ ਦੇ ਵੱਖਰੇ ਹਨ। ਗਰੀਬਾਂ ਦੇ ਹਸਪਤਾਲ ਟੁੱਟੇ ਭੱਜੇ ਹਨ, ਡਾਕਟਰ ਨਹੀਂ, ਨਰਸਾਂ ਨਹੀਂ। ਅਮੀਰਾਂ ਦੇ ਹਸਪਤਾਲ ਵੀ ਵੱਖਰੇ ਹਨ। 5 ਸਟਾਰ ਹੋਟਲਾਂ ਵਾਂਗ ਅਮੀਰਾਂ ਦੇ ਹਸਪਤਾਲ ਬਣੇ ਹੋਏ ਹਨ। ਭੈਣੋ ਤੇ ਬੱਚਿਓ, ਤੁਸੀਂ ਸਮਝਦਾਰ ਹੋ। ਤੁਸੀਂ ਨਸ਼ਿਆਂ ਤੋਂ ਬਚੀਆਂ ਹੋਈਆਂ ਹੋ। ਤੁਸੀਂ ਆਪਣਾ ਚੰਗਾ ਮਾੜਾ ਸੋਚ ਸਕਦੀਆਂ ਹੋ। ਖਜ਼ਾਨੇ ਵਿੱਚੋਂ ਆਪਣਾ ਬਣਦਾ ਹਿੱਸਾ ਲੈਣਾ ਹੈ। ਜਲ, ਜੰਗਲ, ਜ਼ਮੀਨ ਤੇ ਖਣਿਜ ਪਦਾਰਥਾਂ ਵਿੱਚ ਵੀ ਤੁਹਾਡਾ ਹਿੱਸਾ ਬਰਾਬਰ ਹੈ ਜੋ ਤੁਹਾਨੂੰ ਦੇਣ ਦੀ ਬਜਾਏ ਮੁੱਠੀ ਭਰ ਸ਼ਾਹੂਕਾਰ ਹੀ ਲੈ ਰਹੇ ਹਨ। ਆਪਣਾ ਹੱਕ ਮੰਗਿਆ ਨਹੀਂ ਮਿਲਦਾ, ਇਹ ਖੋਹਣਾ ਪੈਂਦਾ ਹੈ। ਤੁਸੀਂ ਆਬਾਦੀ ਦਾ 50% ਹੋ। ਤੁਸੀਂ ਬਹੁਤ ਵੱਡੀ ਸ਼ਕਤੀ ਹੋ। ਤੁਹਾਡੀ ਏਕਤਾ ਦੇ ਅੱਗੇ ਕੋਈ ਸਰਕਾਰ ਅੜ ਨਹੀਂ ਸਕਦੀ। ਰਾਣੀ ਝਾਂਸੀ, ਮਾਈ ਭਾਗੋ ਵਾਂਗ ਅੱਗੇ ਆਓ ਤੇ ਜੋ ਨਾਰੀ ਸ਼ਕਤੀ ਆਪਣੇ ਸਿਰਾਂ ਦੀ ਵਰਤੋਂ ਕਰਕੇ ਆਪਣੇ ਮਿੱਤਰ ਦੀ ਤੇ ਦੁਸ਼ਮਣ ਦੀ ਪਛਾਣ ਕਰ ਲਵੇ ਤਾਂ ਫਿਰ ਚੰਡੀ ਬਣ ਜਾਵੇਗੀ। ਆਪਣੇ ਮੁਹੱਲੇ, ਆਪਣੇ ਪਿੰਡ ਵਿੱਚ ਇਸਤਰੀ ਸਭਾ ਬਣਾਓ। ਸਾਰੀਆਂ ਔਰਤਾਂ ਨੂੰ ਇਕਮੁੱਠ ਕਰੋ ਤੇ ਕਿਸੇ ਵੀ ਕਿਸਮ ਦੇ ਜ਼ੁਲਮ ਜ਼ਬਰ ਦੇ ਖਿਲਾਫ ਇਕੱਠੀਆਂ ਹੋ ਕੇ ਰਲ ਮਿਲ ਕੇ ਸੰਘਰਸ਼ ਕਰੋ
ਤੁਹਾਡੀ ਇੱਜ਼ਤ ਮਾਣ ਪਿੰਡ ਵਿੱਚ ਵਧੇਗੀ, ਇਲਾਕੇ ਵਿੱਚ ਵਧੇਗੀ। ਆਦੇਸ਼ ਅਤੇ ਮੰਗਾਂ। ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਇੱਜ਼ਤ ਅਤੇ ਸਵੈਮਾਨ ਲਈ ਹਰ ਜ਼ੁਲਮ ਜ਼ਬਰ ਦੇ ਖਿਲਾਫ ਆਪਣੀ ਆਵਾਜ਼ ਉੱਚੀ ਕਰਨੀ ਹੈ। ਆਪਣੇ ਬਣਦੇ ਹੱਕ ਲੈਣ ਲਈ ਆਪਣਾ ਮੂੰਹ ਖੋਲ੍ਹਣਾ ਹੈ। ਇਹ ਮੰਗਾਂ ਮਨਾਉਣ ਤੱਕ ਸੰਘਰਸ਼ ਜਾਰੀ ਰੱਖਣਾ ਹੈ। ਨੰਬਰ 1 ਮੰਗ, ਲੜਕੀਆਂ ਨਾਲ ਛੇੜਛਾੜ, ਭੱਦੇ ਮਜ਼ਾਕ ਕਰਨੇ, ਯੌਨ ਸ਼ੋਸ਼ਣ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਨੰਬਰ 2 ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿੱਚ ਹੋਵੇ ਤੇ ਇਹ 6 ਮਹੀਨੇ ਤੋਂ ਅੰਦਰ ਫੈਸਲਾ ਸੁਣਾਇਆ ਜਾਵੇ। ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਬਰਾਬਰ ਦੇ ਕੰਮ ਵੱਟੇ ਬਰਾਬਰ ਉਜਰਤ ਦਿੱਤੀ ਜਾਵੇ। ਸਕੀਮ ਵਰਕਰਾਂ, ਆਂਗਣਵਾੜੀ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਜ਼ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ। ਨਰੇਗਾ ਵਿੱਚ ਕੰਮ ਸਾਰਾ ਸਾਲ ਦਿੱਤਾ ਜਾਵੇ ਤੇ ਦਿਹਾੜੀ 700 ਰੁਪਏ ਦਿੱਤੀ ਜਾਵੇ। ਲੜਕੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਗਰੰਟੀ ਦਾ ਬਾਕੀ ਦੇਸ਼ਾਂ ਵਾਂਗ ਕਾਨੂੰਨ ਬਣਾਇਆ ਜਾਵੇ ਅਤੇ ਨੌਕਰੀ ਮਿਲਣ ਤੱਕ 18,000 ਬੇਕਾਰੀ ਭੱਤਾ ਦਿੱਤਾ ਜਾਵੇ। ਕਾਟੇਜ ਇੰਡਸਟਰੀ ਨੂੰ ਹਰ ਘਰ ਨਾਲ ਜੋੜ ਕੇ ਘਰੇਲੂ ਔਰਤਾਂ ਨੂੰ ਘਰਾਂ ਵਿੱਚ ਹੀ ਕੰਮ ਦਿੱਤਾ ਜਾਵੇ। ਪਤੀ ਦੀ ਮੌਤ ਹੋਣ ਤੋਂ ਬਾਅਦ ਵਿਧਵਾ ਹੀ ਔਰਤ ਨੂੰ 5 ਲੱਖ ਐਕਸ ਗ੍ਰੇਸ਼ੀਆ ਸਹਾਇਤਾ ਦਿੱਤੀ ਜਾਵੇ ਅਤੇ ਉਸੇ ਦਿਨ ਤੋਂ ਘੱਟੋ ਘੱਟ 6,000 ਰੁਪਏ ਮਹੀਨਾ ਪੈਨਸ਼ਨ ਚਾਲੂ ਕਰ ਦਿੱਤੀ ਜਾਵੇ। ਹਰ ਮੁਹੱਲੇ ਅਤੇ ਪਿੰਡ ਵਿੱਚ ਸਰਕਾਰੀ ਦੁਕਾਨਾਂ 'ਤੇ ਗਰੀਬਾਂ ਨੂੰ ਨਿੱਤ ਵਰਤੋਂ ਦੀਆਂ ਸਾਰੀ ਚੀਜ਼ਾਂ ਅੱਧੀ ਕੀਮਤ 'ਤੇ ਦਿੱਤੀਆਂ ਜਾਣ। ਹਰ ਬੇਘਰ ਪਰਿਵਾਰ ਨੂੰ 10 ਮਰਲੇ ਦਾ ਪਲਾਟ ਤੇ ਸਰਕਾਰੀ ਮਕਾਨ ਬਣਾ ਕੇ ਦਿੱਤਾ ਜਾਵੇ। ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ 3 ਲੱਖ ਗ੍ਰਾਂਟ ਦਿੱਤੀ ਜਾਵੇ। ਪਾਣੀ ਦੀਆਂ ਟੂਟੀਆਂ ਦੇ ਬਿੱਲ ਮਾਫ ਕੀਤੇ ਜਾਣ ਤੇ ਬਿਜਲੀ ਬਿੱਲ ਹਾਫ ਕੀਤੇ ਜਾਣ। ਸਭ ਨੂੰ ਮੁਫਤ ਸਿਹਤ ਸਹੂਲਤਾਂ ਤੇ ਮੁਫਤ ਤੇ ਇਕਸਾਰ ਵਿੱਦਿਆ ਦਿੱਤੀ ਜਾਵੇ। ਆਪਣੀਆਂ ਜਥੇਬੰਦੀਆਂ ਨਾਲ ਜੁੜ ਕੇ ਹੀ ਸਾਡੀ ਸੁਣਵਾਈ ਹੋਣੀ ਹੈ। ਜਥੇਬੰਦੀਆਂ ਨਾਲ ਜੁੜਨ ਨਾਲ ਸਾਡੀ ਤਾਕਤ ਵੱਧਦੀ ਹੈ। 1 ਇਕੱਲਾ ਤੇ 2 11 ਤੇ ਤਾਕਤ ਤੁਹਾਡੀ 2 ਦੇ ਜੁੜਨ ਨਾਲ 11 ਗੁਣਾ ਵੱਧ ਜਾਣੀ ਹੈ। ਇੱਕ ਕਰਕੇ ਜੋੜਦੇ ਜਾਈਏ, ਆਪਣਾ ਸੈਂਕੜਿਆਂ 'ਚ ਹੋ ਜਾਵਾਂਗੇ। ਛੇਤੀ ਦੇਖਦੇ ਹਜ਼ਾਰਾਂ ਵਿੱਚ ਜੁੜ ਜਾਵਾਂਗੇ ਤੇ ਦੇਖਦੇ ਲੱਖਾਂ 'ਚ ਤੇ ਫਿਰ ਕਰੋੜਾਂ ਵਿੱਚ ਜੁੜ ਜਾਵਾਂਗੇ। ਕਮਜ਼ੋਰ ਨੂੰ ਕੋਈ ਨਹੀਂ ਪੁੱਛਦਾ। ਆਂਗਣਵਾੜੀ ਯੂਨੀਅਨਾਂ, ਆਸ਼ਾ ਵਰਕਰ ਯੂਨੀਅਨ, ਮਿਡ ਡੇ ਮੀਲ ਵਰਕਰ ਯੂਨੀਅਨ, ਨਰੇਗਾ ਯੂਨੀਅਨ, ਨਿਰਮਾਣ ਯੂਨੀਅਨ ਨਾਲ ਜੁੜ ਕੇ ਸਭ ਦਾ ਸਾਥ ਲੈ ਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਏਕਤਾ ਮਜ਼ਬੂਤ ਕਰਨ ਨਾਲ ਅਸੀਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇ ਸਕਦੇ ਹਾਂ। ਖਜ਼ਾਨੇ ਦਾ ਮੂੰਹ ਪੂੰਜੀਪਤੀਆਂ, ਹਾਕਮ ਪਾਰਟੀ ਦੇ ਲੀਡਰਾਂ, ਮੰਤਰੀਆਂ ਤੇ ਅਫਸਰਾਂ ਵੱਲੋਂ ਮੋੜ ਕੇ ਆਮ ਮਿਹਨਤਕਸ਼ ਗਰੀਬ ਜਨਤਾ ਵੱਲ ਖਜ਼ਾਨੇ ਦਾ ਮੂੰਹ ਖੋਲ੍ਹ ਸਕਦੇ ਹਾਂ। ਭਾਰਤ ਦੀ ਨਾਰੀ ਚੰਗਾੜੀ ਬਣੇਗੀ। ਧਨ ਕੁਬੇਰਾਂ, ਸ਼ਾਹੂਕਾਰਾਂ, ਵੱਡੇ ਇਜਾਰੇਦਾਰਾਂ, ਰਜਵਾੜਿਆਂ ਵੱਲੋਂ ਆਮ ਮਿਹਨਤੀ ਮਜ਼ਦੂਰ ਕਿਸਾਨਾਂ ਦੀ ਅੰਨੀ ਲੁੱਟ ਖਸੁੱਟ ਕਰਨ ਵਾਲੇ ਪੂੰਜੀਵਾਦੀ ਰਾਜ ਪ੍ਰਬੰਧ ਨੂੰ ਬਦਲ ਕੇ ਸਾਂਝੀਵਾਲਤਾ ਤੇ ਬਰਾਬਰੀ ਵਾਲਾ ਸਮਾਜਵਾਦੀ ਪ੍ਰਬੰਧ ਵਿੱਚ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ। ਚਾਰੇ ਪਾਸੇ ਛਾਇਆ ਘੋਰ ਹਨੇਰਾ ਔਰਤਾਂ ਦੇ ਸੰਘਰਸ਼ ਦੀ ਕਿਰਨ ਨਾਲ ਅਲੋਪ ਹੋ ਜਾਵੇਗਾ। ਚਾਰੇ ਪਾਸੇ ਚਾਨਣ ਹੋਵੇਗਾ। ਕਿਸੇ ਦੀ ਲੁੱਟ ਨਹੀਂ ਹੋਵੇਗੀ। ਸਭ ਨੂੰ ਰੁਜ਼ਗਾਰ ਤੇ ਰੁਜ਼ਗਾਰ ਵੱਟੇ ਸਭ ਨੂੰ ਪੂਰਾ ਮੁੱਲ ਮਿਲੇਗਾ। ਵਿੱਦਿਆ ਤੇ ਸਿਹਤ ਸਹੂਲਤਾਂ ਮੁਫਤ ਮਿਲਣਗੀਆਂ। ਬਿਜਲੀ ਪਾਣੀ ਦੇ ਬਿੱਲ ਮਾਫ ਹੋਣਗੇ। ਹਰ ਇੱਕ ਨੂੰ ਮੁਫਤ ਤੇ ਮਕਾਨ ਬਣਾ ਕੇ ਦੇਣ ਦੀ ਜ਼ਿੰਮੇਵਾਰੀ ਸਰਕਾਰਾਂ ਨਿਭਾਉਣਗੀਆਂ। ਸਾਂਝੀਵਾਲਤਾ ਦਾ ਸਮਾਜਵਾਦੀ ਸਮਾਜ ਬਣੇਗਾ। ਸਾਡੇ ਪੀਰਾਂ ਪੈਗੰਬਰਾਂ ਦਾ ਸੁਪਨਾ, ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੁਪਨਾ, ਸਭੇ ਸਾਂਝੀ ਵਾਲ ਸਦਾਇਆਂ कोई न दिसे बारा जियो, ऐसा चाहूँ राज में जहाँ मिले सबन को अन्न, छोट बड़े सब सम बसे, रविदास रहे प्रसन्न। डॉक्टर भीमराव अंबेडकर ने कहा, जुड़ो पढ़ो ते संघर्ष करो, जित लड़दे लोगों की हुंदी है। सारियां भैणां नूं जय भीम, लाल सलाम।